ਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਕੁਝ ਸਮਾਂ ਗੁਰੂ ਕਿਆਂ ਵਿਚਾਰਾਂ ਆਪ ਜੀ ਨੂੰ ਸਰਵਨ ਕਰਾ ਸਕਾਂ ਉਸ ਤੋਂ ਪਹਿਲੇ 10ਵੇਂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਫਤਿਹ ਸਨਿਮਰ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰਾਂ ਆਪ ਸਰਵਨ ਕਰ ਰਹੇ ਹੋ। ਕਈ ਲੋਕ ਸਤਿਗੁਰਾਂ ਦੇ ਬਿਲਕੁਲ ਨੇੜੇ ਰਹਿੰਦਿਆਂ ਹੋਇਆਂ ਵੀ ਗੁਰੂ ਕੋਲੋਂ ਉਹ ਆਨੰਦ ਨਹੀਂ ਲੈ ਸਕਦੇ ਜੋ ਕਈ ਲੋਕ ਦੂਰੋਂ ਆ ਕੇ, ਬਾਹਰੋਂ ਆ ਕੇ ਪਰਮ ਆਨੰਦ ਦੀ ਪ੍ਰਾਪਤੀ ਕਰ ਜਾਂਦੇ ਹਨ। ਜੈਸੇ ਭਾਈ ਸਾਹਿਬ ਭਾਈ ਗੁਰਦਾਸ ਜੀ, ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸ਼ਲੋਕ ਔਰ ਕਵਿਤਾ ਆਪ ਸਰਵਨ ਕਰ ਰਹੇ ਹੋ। ਕਬੀਰ ਸਾਹਿਬ ਜਿੱਥੇ ਕਹਿ ਰਹੇ ਹਨ ਕਿ ਕਬੀਰ ਬਾਂਸ ਬਜਾ ਬਡਾਈ ਬੂਢਿਆ ਇਉਮਤ ਡੂਬੋ ਕੋਏ ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਨੇੜੇ ਹੋ ਕੇ ਵੀ ਬਾਂਸ ਸੁਗੰਧ ਨਹੀਂ ਲੈ ਸਕਦਾ ਹੈ, ਬਿਲਕੁਲ ਨੇੜੇ ਹੋਣ ਤੋਂ ਬਾਅਦ ਵੀ। ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਕਿ ਸਰੋਵਰ ਦੇ ਵਿੱਚ ਕਮਲ ਦੇ ਬਿਲਕੁਲ ਕੋਲ ਹੋਣ ਤੋਂ ਬਾਅਦ ਵੀ ਡੱਡੂ ਕਮਲ ਦੀ ਖੁਸ਼ਬੂ ਨਹੀਂ ਲੈਂਦਾ ਹੈ, ਕਮਲ ਦਾ ਰਸ ਨਹੀਂ ਲੈਂਦਾ। ਗੰਦਗੀ ਖਾਂਦਾ ਹੈ, ਕਾਈ ਖਾਂਦਾ ਹੈ। ਭੰਵਰਾ ਪਾਣੀ ਦੇ ਵਿੱਚ ਨਹੀਂ ਰਹਿੰਦਾ, ਕਮਲ ਦੇ ਨੇੜੇ ਨਹੀਂ ਰਹਿੰਦਾ ਹੈ। ਦੂਰੋਂ ਚੱਲ ਕੇ ਆਉਂਦਾ ਹੈ ਤੇ ਰਸ ਲੈ ਕੇ ਤੇ ਚਲਾ ਜਾਂਦਾ ਹੈ। ਦਾਦਰ ਤੂੰ ਕਭੈ ਨ ਜਾਨਸ ਰੇ ਪਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨ ਲਖਸ ਰੇ। ਬਸ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ। ਗੁਰੂ ਨਾਨਕ ਸੱਚੇ ਪਾਤਸ਼ਾਹ। भाई गुरदास जी भी कह रहे हैं कि दादर सरोवर में जानी न कमल गत मधुकर मन मकरंद के विमोहे हैं। निकट बसत मम गुरु उपदेशहीन दुरंतर सिख उर अंतर ले पोहे हैं। मैं नेड़े रह के भी गुरु दा शब्द दा आनंद नहीं लै सकिया हाँ। जो गुरु कोल परम आनंद है मैं नहीं लै सकिया हाँ। भाई साहब ने फिर इस दे उत्ते प्रमाण दिते हैं। भाई साहब कहते ने मानसर पर जो बैठाइए ले जाए बग मुक्ता अमोल तज मीन बीन खात है।
मान सरोवर ਦੇ ਉੱਤੇ ਕਿਸੇ ਬਗਲੇ ਨੂੰ ਬਿਠਾ ਦਿੱਤਾ ਜਾਵੇ, ਉਹ ਸੁੱਚੇ ਮੋਤੀ ਨਹੀਂ ਖਾਂਦਾ, ਉੱਥੋਂ ਗੰਦਗੀ ਖਾਂਦਾ ਹੈ। ਅਸਤਨ ਪਾਨ ਕਰਬੇ ਕੋ ਜੋ ਲਗਾਈਏ, ਜੋਕ ਪੀਅਤ ਨਾ ਪੇ ਲੈ ਲੋਹੂ ਅਚੇ ਅਘਾਤ ਹੈ। ਭਾਈ ਸਾਹਿਬ ਕਹਿੰਦੇ ਨੇ ਗਊ ਦੇ ਅਸਥਨਾਂ ਦੇ ਕੋਲ ਜਿੱਥੋਂ ਅੰਮ੍ਰਿਤਮਈ ਦੁੱਧ ਨਿਕਲਦਾ ਹੈ, ਕਿਸੇ ਜੋਕ ਨੂੰ ਲਾ ਦਿੱਤਾ ਜਾਵੇ, ਕਿਸੇ ਚਿੱਚੜ ਨੂੰ ਲਾ ਦਿੱਤਾ ਜਾਵੇ, ਦੁੱਧ ਨਹੀਂ ਪੀਂਦਾ ਹੈ, ਉੱਥੋਂ ਖੂਨ ਪੀਂਦਾ ਹੈ। ਭਾਈ ਸਾਹਿਬ ਪ੍ਰਮਾਣ ਦੇ ਰਹੇ ਹਨ। ਤੀਸਰੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਪਰਮ ਸੁਗੰਧ ਪਰ ਮਾਖੀ ਨਾ ਰਹਿਤ ਰਾਖੀ, ਮਹਾਂ ਦੁਰਗੰਧ ਪਰ ਬੇਗ ਚਲੀ ਜਾਤ ਹੈ। ਮੱਖੀ ਹੁੰਦੀ ਹੈ ਨਾ, ਮੱਖੀ, ਮੱਖੀ ਦਾ ਸੁਭਾਅ ਐਸਾ ਹੁੰਦਾ ਹੈ, ਉਹ ਜਦ ਵੀ ਬੈਠਦੀ ਹੈ ਤਾਂ ਦੁਰਗੰਧ ਦੇ ਉੱਤੇ ਬਹਿੰਦੀ ਹੈ, ਸੁਗੰਧ ਤੇ ਨਹੀਂ ਬਹਿੰਦੀ ਹੈ। ਘਰਾਂ ਵਿੱਚ ਜਿਹੜੀਆਂ ਮੱਖੀਆਂ ਹੁੰਦੀਆਂ ਨਾ, ਜਿਤਨਾ ਮਰਜ਼ੀ ਇਹ ਖੁਸ਼ਬੂਦਾਰ ਫੁੱਲ ਰੱਖ ਦਿਓ, ਕੋਈ ਵਸਤੂ ਚੀਜ਼ ਰੱਖ ਦਿਓ ਖੁਸ਼ਬੂਦਾਰ, ਮੱਖੀਆਂ ਉੱਤੇ ਨਹੀਂ ਬਹਿੰਦੀਆਂ ਹਨ। ਪਰ ਥੋੜ੍ਹਾ ਜਿਹਾ ਜੇ ਕਿਧਰੇ ਗੰਦਗੀ ਦਾ ਢੇਰ ਹੋਵੇ, ਤੁਰੰਤ ਮੱਖੀਆਂ ਉੱਥੇ ਦੌੜ ਕੇ ਪਹੁੰਚ ਜਾਂਦੀਆਂ ਨੇ ਤੇ ਉਹ ਗੰਦਗੀ ਦੇ ਢੇਰ 'ਤੇ ਹੀ ਬਹਿੰਦੀਆਂ ਹਨ ਜਾ ਕੇ। ਭਾਈ ਸਾਹਿਬ ਦਾ ਸਮਝਾਉਣ ਦਾ ਢੰਗ ਬੜਾ ਨਿਰਾਲਾ ਹੈ, ਮਿਸਾਲਾਂ ਦਿੰਦੇ ਨੇ, ਕਮਾਲ ਕਰ ਦਿੰਦੇ ਨੇ। ਭਾਈ ਸਾਹਿਬ ਇੱਥੇ ਦੱਸ ਰਹੇ ਹਨ ਕਿ ਮਨੁੱਖ ਦਾ ਸੁਭਾਅ ਮੱਖੀ ਦੀ ਤਰ੍ਹਾਂ, ਮੱਖੀਆਂ ਜੈਸੇ ਗੰਧ ਦੇ ਉੱਤੇ ਬਹਿੰਦੀਆਂ ਨੇ, ਖੁਸ਼ਬੂ 'ਤੇ ਨਹੀਂ ਬੈਠਦੀਆਂ ਹਨ। ਕਿਧਰੇ ਸਮਾਗਮ ਰੱਖਿਆ ਹੋਵੇ ਨਾ, ਵੱਡੇ ਵੱਡੇ ਪੋਸਟਰ ਬਣਾਏ ਹੋਣ, ਪੂਰੇ ਸ਼ਹਿਰ ਵਿੱਚ ਲਵਾ ਦਿਓ, ਗੁਰਦੁਆਰਿਆਂ ਦੇ ਵਿੱਚ ਅਨਾਊਂਸਮੈਂਟ ਕਰਾ ਦਿਓ, ਵਟਸਐਪ 'ਤੇ ਮੈਸੇਜ ਪਾ ਦਿਓ, ਫੇਸਬੁੱਕ 'ਤੇ ਪਾ ਦਿਓ, ਫੋਨ ਕਰ ਦਿਓ, ਪਰ ਫਿਰ ਵੀ ਗੁਰਦੁਆਰੇ ਤੁਸੀਂ ਦੇਖੋਗੇ ਖਾਲੀ ਪਏ ਹੁੰਦੇ ਨੇ। ਸਮਾਗਮ ਹੋ ਰਿਹਾ, ਰਾਗੀ ਬੁਲਾਏ ਨੇ, ਪ੍ਰਚਾਰਕ ਬੁਲਾਏ ਨੇ, ਫਿਰ ਵੀ ਗੁਰਦੁਆਰੇ ਖਾਲੀ ਪਏ ਹੁੰਦੇ ਨੇ। ਕਈ ਤਾਂ ਪ੍ਰਬੰਧਕ ਗਿਲਾ ਵੀ ਕਰਦੇ ਨੇ, ਵਿਗਿਆਨੀ ਜੀ ਹੁਣ ਇਸ ਤੋਂ ਵੱਧ ਹੋਰ ਕੀ ਕਰੀਏ ਅਸੀਂ। ਵੱਡੇ ਵੱਡੇ ਫਲੈਕਸ ਬਣਾ ਦਿੱਤੇ ਨੇ, ਪੰਪਲੇਟ ਛਪਾ ਦਿੱਤੇ ਨੇ, ਲਗਵਾ ਵੀ ਦਿੱਤੇ ਨੇ, ਗੁਰਦੁਆਰਿਆਂ ਵਿੱਚ ਅਨਾਊਂਸਮੈਂਟ ਕਰਾ ਦਿੱਤੀ ਹੈ, ਵਟਸਐਪ 'ਤੇ ਮੈਸੇਜ ਪਾ ਦਿੱਤੇ ਨੇ। ਅਤੇ ਮੈਂ ਕਿਹਾ ਹੁਣ ਤਾਂ ਇੱਕੋ ਹੀ ਕੰਮ ਬਾਕੀ ਰਹਿ ਗਿਆ ਵੀ ਹੁਣ ਬੱਸਾਂ ਲਗਾਓ ਅਤੇ ਘਰੋਂ ਚੁੱਕ ਚੁੱਕ ਕੇ ਲਿਆਓ ਇੱਕ ਇੱਕ ਨੂੰ, ਵੀ ਚਲੋ ਆ ਕੇ ਸਤ ਸੰਗਤ ਵਿੱਚ ਗੁਰੂ ਦੇ ਸ਼ਬਦ ਦਾ ਆਨੰਦ ਲੈ ਲਵੋ। ਪਰ ਕਿਉਂਕਿ ਸੁਭਾਅ ਮੱਖੀ ਦੀ ਤਰ੍ਹਾਂ, ਭਾਈ ਸਾਹਿਬ ਇੱਥੇ ਕਹਿ ਰਹੇ ਨੇ ਕਿ ਪਰਮ ਸੁਗੰਧ ਪਰ ਮਾਖੀ ਨਾ ਰਹਿਤ ਰਾਖੀ, ਮਹਾਂ ਦੁਰਗੰਧ ਪਰ ਬੇਗ ਚਲੀ ਜਾਤੇ। ਗੁਰਦੁਆਰੇ ਸਮਾਗਮ ਹੋਣ, ਕਥਾ ਕੀਰਤਨ ਹੋਵੇ, ਜਿੱਥੋਂ ਜ਼ਿੰਦਗੀ ਮਿਲਣੀ ਹੈ ਉੱਥੇ ਕੋਈ ਨਹੀਂ ਜਾਂਦਾ ਹੈ, ਬਹੁਤ ਘੱਟ। ਤੇ ਮਹਾਂ ਦੁਰਗੰਧ ਪਰ ਬੇਗ ਚਲੀ ਜਾਤ ਹੈ, ਗੰਦਗੀ ਦਾ ਢੇਰ ਹੋਵੇ, ਟੀਵੀ 'ਤੇ ਕੋਈ ਫਿਲਮ ਆਣੀ ਹੋਵੇ, ਨਾਟਕ ਆਉਣਾ ਹੋਵੇ, ਝਾਟੀ ਉੱਤੇ ਭੀੜ ਲੱਗ ਜਾਂਦੀ ਹੈ। ਸ਼ਹਿਰ ਦੇ ਵਿੱਚ ਕਿਸੇ ਹੀਰੋ ਨੇ ਆਉਣਾ ਹੋਵੇ, ਕਿਸੇ ਨੇਤਾ ਨੇ ਆਉਣਾ ਹੋਵੇ, ਜਿਹਨੇ ਜੀਵਨ ਨੂੰ ਬਰਬਾਦ ਹੀ ਕਰਨਾ ਹੈ। ਮਹਾਰਾਜ ਕਹਿੰਦੇ ਨਾ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਵਨ ਗਲੋਗਨ ਕੇ ਆਵਤ ਲਾਜਾ। ਉੱਥੇ ਬੰਦੇ ਦੌੜ ਕੇ ਪਹੁੰਚ ਜਾਂਦੇ ਨੇ, ਉੱਥੇ ਕੋਈ ਅਨਾਊਂਸਮੈਂਟ ਕਰਨ ਦੀ ਵੀ ਲੋੜ ਨਹੀਂ ਹੈ, ਕਿਸੇ ਨੂੰ ਸੁਨੇਹਾ ਦੇਣ ਦੀ ਵੀ ਲੋੜ ਨਹੀਂ ਹੈ। ਕਿਸੇ ਇੱਕ ਨੂੰ ਪਤਾ ਲੱਗ ਜਾਏ, ਬਸ ਅੱਗ ਦੀ ਤਰ੍ਹਾਂ ਪੂਰੇ ਸ਼ਹਿਰ ਵਿੱਚ ਖਬਰ ਫੈਲ ਜਾਂਦੀ ਹੈ, ਲੋਕਾਂ ਦੀ ਭੀੜ ਲੱਗ ਜਾਂਦੀ ਹੈ। ਤੁਸੀਂ ਦੇਖੋ ਨਾ, ਸ਼ਰਾਬਖਾਨਿਆਂ ਵਾਲੇ, ਉਹ ਕੋਈ ਸੱਦਾ ਦੇਣ ਤਾਂ ਨਹੀਂ ਨਾ ਜਾਂਦੇ ਵੀ ਸਾਡੇ ਕੋਲ ਆ ਕੇ ਸ਼ਰਾਬ ਲੈ ਲਵੋ, ਆਪੇ ਲੋਕੀ ਪਹੁੰਚ ਜਾਂਦੇ ਨੇ। ਭੀੜਾਂ ਲੱਗੀਆਂ ਨੇ, ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਤੇ ਜੇ ਕਿਧਰੇ ਸਤਸੰਗ ਦੀ ਗੱਲ ਹੋਵੇ, ਜਿਤਨਾ ਮਰਜ਼ੀ ਹੈ ਤੁਸੀਂ ਐਲਾਨ ਕਰੋ, ਅਨਾਊਂਸਮੈਂਟ ਕਰੋ, ਪ੍ਰਚਾਰ ਕਰੋ, ਫਿਰ ਵੀ ਲੋਕੀ ਆ ਕੇ ਉੱਥੇ ਰਾਜੀ ਨਹੀਂ ਹਨ।
ਭਾਈ ਸਾਹਿਬ ਕਹਿੰਦੇ ਨੇ ਮਨੁੱਖ ਦਾ ਮੱਖੀ ਵਾਲਾ ਸੁਭਾਅ ਹੈ ਵੀ ਸੁਗੰਧ ਦੇ ਉੱਤੇ ਨਹੀਂ ਬਹਿਣਾ ਹੈ, ਗੰਦਗੀ ਦੇ ਉੱਤੇ ਜਾ ਕੇ ਬਹਿਣਾ। ਕਈ ਮਨੁੱਖਾਂ ਦਾ ਸੁਭਾਅ ਮੱਖੀ ਦੀ ਤਰ੍ਹਾਂ ਹੁੰਦਾ ਹੈ। ਜੈਸੇ ਇੱਕ ਘੰਟਾ ਕਥਾ ਕੀਤੀ ਹੈ, ਗੁਰੂ ਦੀ ਗੱਲ ਸੁਣਾਈ, ਗੁਰਬਾਣੀ ਪ੍ਰਮਾਣ ਦਿੱਤੇ, ਕਥਾ ਸੁਣਾਈ ਹੈ। ਕਿਧਰੇ ਇੱਕ ਗਲਤੀ ਕਿਧਰੇ ਹੋ ਜਾਏ ਨਾ, ਕਿਸੇ ਕਥਾਵਾਚਕ ਕੋਲੋਂ, ਕੀਰਤਨੀਏ ਕੋਲੋਂ ਜਾਂ ਗ੍ਰੰਥੀ ਕੋਲੋਂ ਕੋਈ ਇੱਕ ਗਲਤੀ ਛੋਟੀ ਮੋਟੀ ਹੋ ਜਾਵੇ, ਹੋ ਜਾਂਦੀ ਹੈ। ਮਨੁੱਖ ਗਲਤੀਆਂ ਦਾ ਪੁਤਲਾ ਹੈ। ਉਸ ਗਲਤੀ ਦੇ ਉੱਤੇ, ਉਸ ਗੰਦਗੀ ਦੇ ਉੱਤੇ ਹੀ ਜਾ ਕੇ ਬੈਠਦੇ ਹਨ ਬਸ। ਬਾਕੀ ਜੋ ਉਹਨੇ 1 ਘੰਟੇ ਤੱਕ ਕੀਰਤਨ ਕੀਤਾ ਹੈ, ਕਥਾ ਕੀਤੀ ਹੈ, ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਗੰਦਗੀ ਦੇ ਉੱਤੇ ਬਹਿਣਾ ਬਸ। ਜੈਸੇ ਸਰੀਰ ਸਾਡਾ 5.5-6 ਫੁੱਟ ਦਾ ਸਰੀਰ, ਸੋਹਣਾ ਸਰੀਰ, ਕਿਧਰੇ ਸਰੀਰ ਦੇ ਉੱਤੇ ਇੱਕ ਜ਼ਖਮ ਹੋਵੇ ਨਾ ਛੋਟਾ ਜਿਹਾ, ਮੱਖੀਆਂ ਨੇ ਉਸ ਜ਼ਖਮ ਦੇ ਉੱਤੇ ਆ ਕੇ ਬਹਿਣਾ ਤੇ ਮਨੁੱਖ ਨੂੰ ਪੀੜ ਕਰਨੀ ਆ, ਉਸ ਜ਼ਖਮ ਤੇ ਆ ਕੇ ਬਹਿਣਾ। ਸਾਰੇ ਸਰੀਰ ਤੇ ਨਹੀਂ ਬੈਠਦੀਆਂ ਹਨ, ਜ਼ਖਮ ਦੇ ਉੱਤੇ ਬਹਿੰਦੀਆਂ ਹਨ, ਗੰਦਗੀ ਦੇ ਉੱਤੇ ਬਹਿੰਦੀਆਂ ਹਨ। ਕਈ ਮਨੁੱਖਾਂ ਦਾ ਸੁਭਾਅ ਵੀ ਇਸ ਤਰ੍ਹਾਂ ਹੀ ਹੈ, ਬਸ ਅਗਲੇ ਦੀ ਗਲਤੀ ਨੂੰ ਪਕੜਨਾ ਹੈ, ਬਸ ਹੋਰ ਕੁਛ ਨਹੀਂ ਹੈ। ਉਹ ਕਿਤਨਾ ਸੋਹਣਾ ਕੀਰਤਨ ਕਰਦਾ ਹੈ, ਕਿਤਨੀ ਮਿਹਨਤ ਕੀਤੀ ਹੈ, ਕਿਤਨੀ ਸੋਹਣੀ ਕਥਾ ਕਰਦਾ ਹੈ, ਕਥਾ ਵਿੱਚ ਕਿਤਨੀ ਮਿਹਨਤ ਲੱਗਦੀ ਹੈ। ਮਸਕੀਨ ਸਾਹਿਬ ਜੀ ਕਿਆ ਕਰਦੇ ਸਨ, 1 ਘੰਟਾ ਕਥਾ ਕਰਨੀ ਹੋਵੇ ਨਾ, 1 ਘੰਟਾ, 1 ਘੰਟੇ ਦੀ ਕਥਾ ਦੇ ਵਿੱਚ ਇੱਕ ਮਜ਼ਦੂਰ ਜੋ 8 ਘੰਟੇ ਮਿਹਨਤ ਕਰਦਾ ਹੈ ਨਾ, ਕਥਾ ਦੇ ਵਿੱਚ ਇਤਨੀ ਮਿਹਨਤ ਲੱਗਦੀ ਹੈ 1 ਘੰਟੇ ਦੀ ਕਥਾ ਦੇ ਵਿੱਚ, ਪਰ ਉਸ ਨੂੰ ਨਹੀਂ ਦੇਖਦੇ ਹਨ। ਕਿਧਰੇ ਇੱਕ ਗਲਤੀ ਹੋਈ ਨਹੀਂ, ਬਸ ਉਸੇ ਨੂੰ ਪਕੜ ਲੈਣਾ। ਕਿਸੇ ਰਾਗੀ ਕੋਲੋਂ ਕਿਧਰੇ ਇੱਕ ਪੰਕਤੀ ਕੋਈ ਭੁਲੇਖੇ ਨਾਲ ਅੱਗੇ ਪਿੱਛੇ ਹੋ ਗਈ, ਕੋਈ ਗਲਤੀ ਹੋ ਗਈ, ਬਸ ਉਸੇ ਨੂੰ ਪਕੜਨਾ ਮੈਂ। ਬਾਕੀ ਉਸਨੇ 1 ਘੰਟੇ ਤੱਕ ਕੀ ਕੀਤਾ ਹੋਵੇ ਉਹਦੇ ਵੱਲ ਧਿਆਨ ਨਹੀਂ ਦੇਣਾ, ਬਿਲਕੁਲ ਵੀ ਨਹੀਂ। ਫਿਰ ਕਈਆਂ ਦਾ ਸੁਭਾਅ ਹੁੰਦਾ ਕਿ ਚਮੜ ਜਾਂਦੇ ਨੇ ਮੱਖੀ ਦੀ ਤਰ੍ਹਾਂ, ਫਿਰ ਲੈਂਦੇ ਵੀ ਨਹੀਂ ਉਹ। ਜਿਵੇਂ ਮੱਖੀਆਂ ਹੁੰਦੀਆਂ ਨਾ, ਬਰਸਾਤ ਦੇ ਦਿਨ ਚੱਲਦੇ ਪਏ ਨੇ, ਮੱਖੀਆਂ ਬਹੁਤ ਤੰਗ ਕਰਦੀਆਂ ਨੇ। ਬਸ ਇੱਕ ਵਾਰੀ ਸਰੀਰ 'ਤੇ ਬਹਿਣਾ ਸ਼ੁਰੂ ਕਰ ਦੇਣ, ਤੁਸੀਂ ਹਟਾਈ ਜਾਓ, ਹਟਦੀਆਂ ਹੀ ਨਹੀਂ ਨੇ। ਮਿੰਟ ਬਾਅਦ ਫਿਰ ਬੈਠ ਜਾਂਦੀਆਂ ਨੇ, ਮਿੰਟ ਬਾਅਦ ਫਿਰ ਬੈਠ ਜਾਂਦੀਆਂ ਨੇ। ਕਈ ਬੰਦੇ ਵੀ ਇਸ ਤਰ੍ਹਾਂ ਹੀ ਮੱਖੀਆਂ ਦੀ ਤਰ੍ਹਾਂ ਚਮੜ ਜਾਂਦੇ ਨੇ, ਬਸ ਉਹ ਲੈਂਦੇ ਹੀ ਨਹੀਂ। ਫਿਰ ਇੱਕੋ ਗੱਲ ਜਿਹੜੀ ਪਕੜ ਲਈ ਹੈ ਨਾ, ਭਾਵੇਂ ਉਹ ਗਲਤ ਹੋਵੇ ਆਪਣੀ ਗੱਲ, ਪਰ ਉਸੇ ਨੂੰ ਪਕੜ ਕੇ ਬਸ ਚਮੜੀ ਜਾਂਦੇ ਨੇ ਬੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮਨੁੱਖ ਕਈ ਮੱਖੀਆਂ ਦੀ ਤਰ੍ਹਾਂ ਸੁਭਾਅ ਰੱਖਦੇ ਨੇ, ਭਾਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹੋਣ, ਗੁਰੂ ਦੇ ਬਿਲਕੁਲ ਨੇੜੇ ਬੈਠੇ ਹੋਣ, ਪਰ ਉਹ ਸੁਗੰਧੀ 'ਤੇ ਨਹੀਂ ਬੈਠਦੇ ਹਨ, ਗੰਦਗੀ 'ਤੇ ਜਾ ਕੇ ਬੈਠਦੇ ਹਨ, ਸੁਗੰਧੀ 'ਤੇ ਨਹੀਂ ਬਹਿੰਦੇ ਹਨ। ਗੁਰੂ ਦੇ ਸ਼ਬਦ ਨਹੀਂ ਸੁਣਦੇ ਹਨ, ਗੰਦੇ ਸੰਗੀਤ ਗਾਣੇ ਜ਼ਰੂਰ ਸੁਣਦੇ ਹਨ। ਗੁਰੂ ਦੇ ਦਰਸ਼ਨ ਨਹੀਂ ਕਰਨਗੇ, ਸਾਰਾ ਦਿਨ ਟੀਵੀ ਦੇਖਦੇ ਰਹਿਣਗੇ, ਪਿਕਚਰਾਂ ਦੇਖਦੇ ਰਹਿਣਗੇ। ਇਹ ਮਨੁੱਖ ਦਾ ਸੁਭਾਅ ਮੱਖੀ ਦੀ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾ ਰਹੇ ਹਨ। ਫਿਰ ਭਾਈ ਸਾਹਿਬ ਜੀ ਆਖਰੀ ਪੰਕਤੀ ਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ, ਜੈਸੇ ਗੱਜ ਮੱਜਨ ਕੇ ਡਾਰਤ ਹੈ ਛਾਰ ਸਿੰਘ, ਸੰਤਨ ਕੇ ਦੋਖੀ ਸੰਤ ਸੰਗ ਨਾ ਸੁਹਾਤ ਹੈ। ਜਿਸ ਤਰ੍ਹਾਂ ਹਾਥੀ ਪਾਣੀ ਦੇ ਵਿੱਚ ਇਸ਼ਨਾਨ ਕਰਦਾ, ਨਹਾਉਂਦਾ ਨਾ ਹਾਥੀ, ਜਿਸ ਤਰ੍ਹਾਂ ਅਸੀਂ ਕਹਾਵਤ ਬੋਲਦੇ ਹਾਂ ਵੀ ਗਈ ਭੈਂਸ ਪਾਣੀ ਮੈਂ, ਮੱਝ ਇੱਕ ਵਾਰੀ ਪਾਣੀ 'ਚ ਵੜ ਜਾਏ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ, ਫਿਰ ਉਹਨੂੰ ਪਾਣੀ ਬਹੁਤ ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਹੀ ਹਾਥੀ ਵੀ ਅਗਰ ਇੱਕ ਵਾਰੀ ਪਾਣੀ ਦੇ ਵਿੱਚ ਵੜ ਜਾਏ ਨਾ, ਤਾਂ ਉਹਨੂੰ ਬਾਹਰ ਕੱਢਣਾ ਮੁਸ਼ਕਿਲ ਹੋ ਜਾਂਦਾ। ਉਹਦੀ ਪਾਣੀ ਨਾਲ ਪ੍ਰੀਤ ਬੜੀ ਹੈ, ਨਹਾਉਂਦਾ ਬਹੁਤ ਹੈ, 3 ਘੰਟੇ 4 ਘੰਟੇ ਪਾਣੀ ਵਿੱਚ ਮਸਤੀ ਕਰਦੇ ਹੀ ਰਹਿਣਾ ਉਸਨੇ। ਲੇਕਿਨ
ਭਾਈ ਸਾਹਿਬ ਕਹਿੰਦੇ ਨੇ ਇਸ਼ਨਾਨ ਕਰਕੇ 4 ਘੰਟੇ ਪਾਣੀ ਦੇ ਵਿੱਚ ਜਦੋਂ ਬਾਹਰ ਨਿਕਲਦਾ ਨਾ, ਫਿਰ ਉਹ ਮਿੱਟੀ ਚੁੱਕ ਕੇ ਤੇ ਆਪਣੇ ਸਿਰ ਵਿੱਚ ਪਾ ਲੈਂਦਾ। ਤੁਸੀਂ ਦੇਖਿਆ ਹੋਣਾ ਡਿਸਕਵਰੀ ਤੇ ਵੀ, ਪਾਣੀ ਚੋਂ ਨਿਕਲਿਆ, ਮਿੱਟੀ ਚੁੱਕੀ ਤੇ ਸਿਰ ਵਿੱਚ ਪਾ ਲਈ ਹੈ। ਭਾਈ ਸਾਹਿਬ ਕਹਿੰਦੇ ਨੇ ਜੈਸੇ ਗੱਜ ਮੱਜਨ ਕੇ ਡਾਰਤ ਹੈ ਛਾਰ ਸਿਰ, ਸੰਤਨ ਕੇ ਦੋਖੀ ਸੰਤ ਸੰਗ ਨਾ ਸੁਹਾਤ। ਇਸੇ ਤਰ੍ਹਾਂ ਹੀ ਜਿਹੜੇ ਸੰਤਾਂ ਦੇ ਦੋਖੀ ਹੁੰਦੇ ਨਾ ਬੰਦੇ, ਉਹਨਾਂ ਨੂੰ ਸੰਤਾਂ ਦਾ ਸੰਗ ਚੰਗਾ ਨਹੀਂ ਲੱਗਦਾ। ਜੈਸੇ ਹਾਥੀ ਪਾਣੀ ਵਿੱਚ ਇਸ਼ਨਾਨ ਕਰਦਾ ਪਰ ਉਹਨੂੰ ਇਸ਼ਨਾਨ ਤੋਂ ਬਾਅਦ ਸਿਰ ਵਿੱਚ ਮਿੱਟੀ ਪਾਉਣ ਦੀ ਆਦਤ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਕਹਿੰਦੇ ਨੇ, ਤੀਰਥ ਬਰਤ ਅਰਦਾਨ ਕਰ ਮਨ ਮੇ ਧਰੇ ਗਮਾਨ, ਨਾਨਕ ਨਿਸ਼ਫਲ ਜਾਤ ਹੈ ਜਿਉਂ ਕੁੰਚਰ ਇਸ਼ਨਾਨ। ਜਿਵੇਂ ਹਾਥੀ ਦਾ ਇਸ਼ਨਾਨ, ਹਾਥੀ ਇਸ਼ਨਾਨ ਤੋਂ ਬਾਅਦ ਆਪਣੇ ਸਿਰ ਵਿੱਚ ਮਿੱਟੀ ਪਾ ਲੈਂਦਾ। ਕਈ ਬੰਦੇ ਵੀ ਇਸ ਤਰ੍ਹਾਂ ਹੁੰਦੇ ਨੇ, ਬਾਣੀ ਵੀ ਪੜ੍ਹਦੇ ਰਹਿੰਦੇ ਨੇ ਤੇ ਲੋਕਾਂ ਦੀ ਨਿੰਦਾ ਵੀ ਕਰਦੇ ਰਹਿੰਦੇ ਨੇ। ਬਾਣੀ ਪੜ੍ਹਦੇ ਵੀ ਹਨ, ਨਿੰਦਾ ਵੀ ਕਰਦੇ ਨੇ, ਆਪਣੇ ਸਿਰ ਵੀ ਸੁਆਹ ਪਾ ਲਈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਹੁਤ ਸਾਰੇ ਪ੍ਰਮਾਣ ਦਿੱਤੇ ਹਨ ਬਈ ਰਹਿੰਦੇ ਤੇ ਗੁਰੂ ਦੇ ਨੇੜੇ ਹੀ ਹਨ, ਲੇਕਿਨ ਗੁਰੂ ਕੋਲੋਂ ਪਰਮ ਆਨੰਦ ਨਹੀਂ ਲੈਂਦੇ ਹਨ। ਉੱਥੇ ਰਹਿ ਕੇ ਵੀ ਕਈ ਜ਼ਿੰਦਗੀ ਨਹੀਂ ਖੱਟਦੇ, ਉੱਥੋਂ ਮੌਤ ਲੈ ਆਉਂਦੇ ਹਨ, ਉੱਥੋਂ ਮੌਤ ਹੀ ਮਿਲਦੀ ਹੈ ਉਹਨਾਂ ਨੂੰ। ਜੈਸੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇੱਕ ਪੌੜੀ ਹੈ, ਉਸ ਵਿੱਚ ਭਾਈ ਸਾਹਿਬ ਕਹਿੰਦੇ ਨੇ ਮਨੁੱਖ ਦੀ ਹਾਲਤ ਐਸੀ ਹੋਈ ਪਈ ਹੈ ਕਿ ਜੈਸੇ ਰਤਨ ਮਣੀ ਗਲ ਬਾਂਦਰੇ ਕਿਹ ਕੀਮ ਨਾ ਜਾਣੇ। ਬਾਂਦਰ ਦੇ ਗਲ ਵਿੱਚ ਜੈਸੇ ਕੋਈ ਮਹਿੰਗਾ ਰਤਨ ਬੰਨ੍ਹ ਦਿੱਤਾ ਜਾਵੇ ਨਾ, ਉਹ ਉਸ ਦੀ ਕੀਮਤ ਨਹੀਂ ਜਾਣਦਾ ਹੈ, ਇਹ ਕਿਤਨੀ ਕੀਮਤ ਹੈ। ਭਾਵੇਂ ਉਹ ਬੜੀ ਮਹਿੰਗੀ ਕੋਈ ਰਤਨ ਹੋਵੇ, ਮਹਿੰਗਾ ਕੋਈ ਮੋਤੀ ਹੋਵੇ, ਪਰ ਉਸ ਬਾਂਦਰ ਨੂੰ ਕੀ ਪਤਾ ਹੈ, ਤੇ ਉਸ ਦੇ ਨੇੜੇ ਹੀ, ਪਰ ਕੀਮਤ ਦਾ ਨਹੀਂ ਪਤਾ ਹੈ। ਭਾਈ ਸਾਹਿਬ ਕਹਿੰਦੇ ਨੇ ਕੜਛੀ ਸਾਉ ਨਾ ਸੰਭਲੇ ਭੋਜਨ ਰਸ ਖਾਣੇ। ਭਾਈ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ ਵੇ ਕਿ ਕੜਛੀ ਆਉਂਦੀ ਹੈ ਨਾ ਭੋਜਨ ਬਣਾਉਣ ਵਾਲੀ, ਰਹਿੰਦੀ ਤੇ ਉਹ ਭੋਜਨ ਦੇ ਵਿੱਚ ਹੈ। ਜਿਵੇਂ ਸਬਜ਼ੀ ਬਣਾਈ ਹੈ, ਅਸੀਂ ਬਹੁਤ ਸਾਰੀ ਸਬਜ਼ੀ ਬਣਾਈ, ਕੜਛੀ ਉਹਦੇ ਵਿੱਚ ਹੈ, ਵਿੱਚ ਉਸਦੇ ਘੁੰਮਦੀ ਵੀ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਕਿ ਕੜਛੀ ਭੋਜਨ ਦਾ ਸਵਾਦ ਨਹੀਂ ਜਾਣਦੀ ਹੈ ਤਾਂ ਉਹਦੇ ਵਿੱਚ ਹੀ ਹੈ, ਪਰ ਭਾਈ ਸਾਹਿਬ ਕਹਿੰਦੇ ਨੇ ਕਿ ਸਵਾਦ ਨਹੀਂ ਜਾਣਦੀ ਹੈ, ਰਹਿੰਦੀ ਤੇ ਬਿਲਕੁਲ ਨੇੜੇ ਹੀ ਹੈ, ਭੋਜਨ ਦੇ ਵਿੱਚ ਹੀ ਹੈ, ਪਰ ਉਸ ਕੜਛੀ ਨੂੰ ਕੀ ਪਤਾ ਵੀ ਦਾ ਕੀ ਸਵਾਦ ਹੈ। ਭਾਈ ਸਾਹਿਬ ਕਹਿੰਦੇ ਨੇ ਡੱਡੂ ਚਿੱਕੜ ਵਾਸ ਹੈ ਕਵਲੇ ਨਾ ਸਿਆਣੇ। ਡੱਡੂ ਦਾ ਵਾਸ ਚਿੱਕੜ ਸਰੋਵਰ ਦੇ ਵਿੱਚ ਹੈ, ਪਰ ਕਮਲ ਦੀ ਸਾਰ ਨਹੀਂ ਜਾਣਦਾ। ਇੱਥੇ ਵੀ ਭਾਈ ਸਾਹਿਬ ਉਹੀ ਗੱਲ ਕਰਦੇ ਪਏ ਨੇ, ਰਹਿੰਦੇ ਨੇੜੇ ਹਨ ਪਰ ਸਾਰ ਨਹੀਂ ਜਾਣਦੇ ਹਨ। ਕੱਲ੍ਹ ਵੀ ਆਪਨੇ ਕੁਝ ਇਤਿਹਾਸਕ ਘਟਨਾਵਾਂ ਸਰਵਣ ਕੀਤੀਆਂ ਨੇ। ਬਾਬਾ ਪ੍ਰਿਥੀ ਚੰਦ ਜੀ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਜੀ, ਉਹ ਸੋਚਦੇ ਸਨ ਬਈ ਮੈਂ ਘਰ ਵਿੱਚ ਸਭ ਤੋਂ ਵੱਡਾ ਹਾਂ ਤੇ ਇਹ ਜਿਹੜੀ ਸੇਵਾ ਹੈ ਨਾ ਇਹ ਮੈਨੂੰ ਮਿਲੇਗੀ। ਇਹ ਜਿਹੜੀ ਸੇਵਾ ਹੈ, ਗੁਰਤਾ ਗੱਦੀ ਮੈਨੂੰ ਮਿਲੇਗੀ, ਕਿਉਂਕਿ ਮੈਂ ਸਭ ਤੋਂ ਵੱਡਾ ਹਾਂ ਘਰ ਦੇ ਵਿੱਚ। ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਦੀ ਇਹ ਮਰਿਆਦਾ ਰਹੀ ਹੈ ਕਿ ਉਲਟੀ ਗੰਗਾ ਚਲਾਉਣੀ ਹੈ। ਹੋਰਿਓ ਗੰਗ ਵਹਾਈਏ ਦੁਨਿਆਵੀ ਆਖੇ ਕਿ ਕਿਉਂ। ਸਾਰੀ ਦੁਨੀਆ ਕਹਿ ਰਹੀ ਹੈ ਕਿ ਗੁਰੂ ਨਾਨਕ ਨੇ ਸੰਸਾਰ ਵਿੱਚ ਆ ਕੇ ਇਹ ਕੀ ਕਰ ਦਿੱਤਾ, ਮਰਿਆਦਾ ਪੁੱਠੀ ਚਲਾ ਦਿੱਤੀ ਹੈ।
गंगा वगदी सी सिद्धे पासे, गुरु नानक सच्चे पातशाह ने चला दिती पुठे पासे। चल रही सी सिद्धे पासे। भाई गुरदास ने भी इसका जिक्र किया है, उल्टी गंग समुंद समावे। गुरु नानक दे घर विच उल्टी गंगा वगदी है। संसार दी ते मर्यादा सी भी पिता दे चलाने तो बाद घर विच जिहड़ा सब तो वड्डा पुत्तर है ना, ਉਹਨੂੰ पग बन ਦਿੱਤੀ ਜਾਂਦੀ ਸੀ, ਉਹਨੂੰ घर ਦੀ सारी जिम्मेदारी दे ਦਿੱਤੀ ਜਾਂਦੀ ਸੀ। ਇਹ ਵੀ नहीं सन देखदे कि ਉਹ लायक है ਜਾਂ नालायक है। ਜਿਹੜੀ सीट ਜਿਹੜੀ जगह उसनूं देण लगे आ, ਉਹਦੇ लायक भी है कि नहीं है। ਉਹ कई देखिया शराबी होंदे ने, कबाबी होंदे ने, ऐबी होंदे ने, विकारी होंदे ने, पर पिता दी पग बिना सोचे समझे उन्होंने बन दी जाती है, जिहड़ा घर विच सब तो वड्डा है। लेकिन गुरु नानक पातशाह दे घर दी ये मर्यादा नहीं है। इत्थे ते महाराज कहंदे ने, तखत राजा सो बहे जो तख्ते लायक होए। इस तखत दे उत्ते ते वो बैठदा है जो इस तखत दे लायक है। तखत बहे तख्ते की लायक, जो इस तखत दे लायक है, जो इस गद्दी दे लायक है, जो इस मर्यादा नूं संभाल सकदा है, उसनूं इस सीट दे उत्ते बिठाया जाता है, उन्होंने बिठाया जाता। ये नहीं भी किसी नूं भी पकड़ के जिहड़ा घर विच वड्डा है उन्होंने बिठा दिता जाए, ऐसा नहीं है। जो इस दे लायक होवे, तुसी नज़र मार के देखोगे ना, संसार विच आपां नज़र मारीए, किधरे कोई कलैक्टर लगा होया है, उन्हें पढ़ाई कीती होवे, उहदे कोल डिग्रियां होण, वो इस लायक होवे तां उसनूं कलैक्टर बनाया जांदा वे, एवें नहीं बनाया जांदा। कोई प्रोफैसर होवे किसी कॉलेज दे विच, ਐਵੇਂ नहीं प्रोफैसर बन जाता। उन्हें पढ़ाई की होवे, डिग्रियां होण, मेहनत की होवे, वो उस सीट दे लायक होवे तां उसनूं उस सीट दे उत्ते बिठाया जाता वे, एवें नहीं बिठाया जाता। कोई जज लगदा वे, उन्हें मेहनत की होवे, पढ़ाई की होवे, उस लायक होवे तां उसनूं बिठाया जाता वे। किसी भी डिपार्टमेंट दे विच कोई भी होवे, कोई भी विभाग होवे, बिना किसी नूं योग्यता दे उस सीट दे उत्ते नहीं बिठाया जाता, बिना योग्यता दे। लेकिन धार्मिक लाइन एक ऐसी लाइन है कि जिथे ये नहीं वेख्या जाता कि ये इस दे लायक है कि नहीं है, उन्होंने बिठा दिता जाता। वेख्या ही नहीं जाता भी ये इस लायक है कि नहीं है। गुरुद्वारियां दे असी प्रबंधक देखते हैं जिन्होंने 5 बाणियां दे नाम भी नहीं पता होंदे, वो गुरुद्वारे दे प्रधान बने हुए ने, खजांची बने ने, सकत्तर बने हुए ने, वड्डियां वड्डियां पोस्टां दे उत्ते बैठे हुए ने, जो इस लायक नहीं हैं। तखत बहे तख्ते के लायक, जो इस दे लायक होवे उसनूं बिठाया जाता वे, ते जिहड़ा ना लायक होवे जे उसनूं बिठा दिता जावे तो फिर भाई साहब भाई गुरदास जी कहंदे ने, अंधा आगू जे थिए सब साथ मुहावे। जे किसे अंधे नूं तुसी अपना आगू बना दिता ना, तो फिर वो सारियां नूं लै डुबेगा, वो सारी कौम नूं लै डुबेगा। जे किसे अंधे नूं आगू बना दिता है। भाई साहब भाई गुरदास जी दे बोल ने। जैसे एक दिन मैं पढ़ रहा था फेसबुक दे उत्ते, किसी ने पोस्ट पाई सी कि जेड़े 90% नंबर लैके पास होंदे ने, वो वड्डे वड्डे अफसर बन जाते हैं, कोई जज बन जाता है, IPS बन जाते हैं, होर कई वड्डे वड्डे अफसर बन जाते हैं। 50, 60, 70% वाले उस तो छोटी ग्रेड के अफसर बन जाते हैं। वो
30-40-50% वाले उस तो थल्ले ਜਿਹੜੇ अफसर होंदे ने ਜਾਂ ਉਹ ਜਿਹੜੀ ਵੀ ਪੋਸਟ ਉਹਨਾਂ ਦੀ ਹੁੰਦੀ ਹੈ ਉੱਥੇ ਲੱਗ ਜਾਂਦੇ ਨੇ। ਜਿਹੜੇ ਰਹਿ ਜਾਂਦੇ ਨਾ 8ਵੀਂ ਪਾਸ 10ਵੀਂ ਪਾਸ ਉਹ ਫਿਰ ਨੇਤਾ ਬਣ ਜਾਂਦੇ ਨੇ। ਫਿਰ ਜਿਹੜੇ 8ਵੀਂ 10ਵੀਂ ਪਾਸ ਵਾਲੇ ਜਿਹੜੇ ਨੇਤਾ ਬਣ ਗਏ ਨੇ ਨਾ, ਉਹ ਨੇਤਾ ਬਣ ਕੇ ਜਿਹੜੇ 90% ਵਾਲੇ ਨੇ 70% ਵਾਲੇ ਨੇ ਉਹ ਫਿਰ ਉਹਨਾਂ ਨੂੰ ਗਾਈਡ ਕਰਦੇ ਨੇ, ਉਹਨਾਂ ਨੂੰ ਚਲਾਉਂਦੇ ਨੇ, ਫਿਰ ਉਹਨਾਂ ਦੇ ਉੱਤੇ ਹੁਕਮ ਚਲਾਉਂਦੇ ਨੇ। ਉਹ ਫਿਰ ਹੈਰਾਨਗੀ ਦੀ ਗੱਲ ਹੈ। ਇਸੇ ਤਰ੍ਹਾਂ ਹੀ ਧਾਰਮਿਕ ਜਮਾਤ ਦੇ ਵਿੱਚ ਵੀ ਜਿਹੜੇ ਅਨਪੜ੍ਹ ਨੇ, ਜਿਨ੍ਹਾਂ ਨੂੰ ਪੜ੍ਹਨਾ ਹੀ ਨਹੀਂ ਆਉਂਦਾ ਹੈ, ਨਾ ਦੁਨਿਆਵੀ ਪੜ੍ਹਾਈ ਪੜ੍ਹੀ ਨਾ ਧਾਰਮਿਕ ਪੜ੍ਹਾਈ ਪੜ੍ਹੀ ਹੈ, ਬਸ ਚੋਲਾ ਪਾ ਲਿਆ, ਦਸਤਾਰ ਬੰਨ੍ਹ ਲਈਏ, ਗਾਤਰੇ ਉੱਪਰੋਂ ਪਾ ਲਏ ਨੇ, 2-4 ਚੇਲੇ ਚਾਟੜੇ ਰੱਖ ਲਏ ਨੇ, ਗੱਡੀਆਂ ਰੱਖ ਲਈਆਂ ਨੇ, ਚਲੋ ਜੀ ਇਹ ਧਰਮ ਦੇ ਸਾਡੇ ਆਗੂ ਬਣ ਗਏ ਨੇ, ਇਹ ਆਗੂ ਬਣ ਗਏ ਹਨ। ਤੇ ਫਿਰ ਉਹਨਾਂ ਨੇ ਰੋੜ ਨਹੀਂ ਹੈ, ਹੋਰ ਕੀ ਕਰਨਾ ਹੈ। ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇੱਥੇ ਉਹ ਬੈਠਦਾ ਹੈ ਜੋ ਇਸ ਲਾਇਕ ਹੋਵੇ, ਜੋ ਇਸ ਦੇ ਲਾਇਕ ਹੈ। ਗੁਰਬਾਣੀ ਵੀ ਕਹਿੰਦੀ ਹੈ ਤਖਤ ਬਹੇ ਤਖਤੇ ਕੇ ਲਾਇਕ। ਇਹ ਸਾਨੂੰ ਸੁਚੇਤ ਹੋਣਾ ਪੈਣਾ ਵੀ ਕੌਣ ਇਸ ਦੇ ਲਾਇਕ ਹੈ, ਕੌਣ ਨਹੀਂ ਹੈ, ਸਾਨੂੰ ਸੁਚੇਤ ਹੋਣਾ ਪੈਣਾ। ਪਰ ਅਸੀਂ ਕੁਛ ਨਹੀਂ ਦੇਖਦੇ, ਅਸੀਂ ਇੱਕੋ ਹੀ ਪੈਮਾਨਾ ਰੱਖਿਆ ਹੋਇਆ, ਇਸ ਬੰਦੇ ਕੋਲ ਧਨ ਬਹੁਤ ਹੈ, ਇਹਦੇ ਕੋਲ ਗੱਡੀਆਂ ਬਹੁਤ ਨੇ, ਇਹਦੇ ਕੋਲ ਮਕਾਨ ਬੜਾ ਵੱਡਾ ਹੈ, ਇਹਦੇ ਕੋਲ ਬਿਜ਼ਨਸ ਬਹੁਤ ਵੱਡਾ ਹੈ, ਚਲੋ ਜੀ ਇਸ ਨੂੰ ਪ੍ਰਧਾਨ ਬਣਾ ਦਿਓ। ਅਸੀਂ ਨਹੀਂ ਦੇਖਦੇ ਵੀ ਇਹਨੂੰ ਰਹਿਤ ਮਰਿਆਦਾ ਦਾ ਪਤਾ ਹੈ ਜਾਂ ਨਹੀਂ ਪਤਾ ਹੈ, ਇਹਨੇ ਅੰਮ੍ਰਿਤ ਛਕਿਆ ਕਿ ਨਹੀਂ ਛਕਿਆ ਹੈ, ਇਹ 5 ਬਾਣੀਆਂ ਦਾ ਵੀ ਪਾਠ ਕਰਦਾ ਹੈ ਕਿ ਨਹੀਂ ਕਰਦਾ ਹੈ। ਦਾੜੀਆਂ ਰੰਗੀਆਂ ਹੁੰਦੀਆਂ ਨੇ, ਰਾਤ ਨੂੰ ਸ਼ਰਾਬ ਦੇ ਠੇਕਿਆਂ 'ਤੇ ਬੈਠੇ ਹੁੰਦੇ ਨੇ, ਸਵੇਰੇ ਦਾੜੀ ਮੁੱਛਾਂ ਕੱਸ ਕੇ ਟਾਈ ਲਾ ਕੇ ਤੇ ਗੁਰਦੁਆਰੇ ਆ ਕੇ ਤੇ ਹੁਕਮ ਚਲਾਉਣ ਲੱਗ ਪੈਂਦੇ ਨੇ। ਇਹ ਤੇ ਸਾਨੂੰ ਸੁਚੇਤ ਹੋਣਾ ਪੈਣਾ ਵੀ ਕਿਹੜਾ ਬੰਦਾ ਇਸ ਜਗ੍ਹਾ ਦੇ ਲਾਇਕ ਹੈ, ਕੌਣ ਇਸ ਦੇ ਲਾਇਕ ਹੈ, ਅਸੀਂ ਉਸ ਨੂੰ ਸੇਵਾ ਦਈਏ। ਜੋ ਇਸ ਲਾਇਕ ਹੈ ਉਹ ਸਾਨੂੰ ਅੱਗੇ ਲਿਜਾ ਸਕਦਾ। ਜੇ ਮਲਾਹ ਨੂੰ ਬੇੜੀ ਚਲਾਉਣੀ ਨਾ ਆਉਂਦੀ ਹੋਵੇ ਤੇ ਉਹ ਤਾਂ ਸਭ ਨੂੰ ਡੋਬੇਗਾ, ਫਿਰ ਉਹਨੇ ਤਾਂ ਡੋਬਣਾ ਹੀ ਹੈ। ਔਰ ਅੱਜ ਅਗਰ ਦੇਖਿਆ ਜਾਏ ਤਾਂ ਕੁਛ ਇੱਕ ਨੂੰ ਛੋੜ ਕੇ ਕੁਛ ਸਿਆਣੇ ਵੀ ਹਨ, ਐਸੀ ਗੱਲ ਨਹੀਂ ਹੈ ਵੀ ਸਾਰੇ ਇੱਕੋ ਜਿਹੇ ਹੁੰਦੇ ਨੇ, ਪਰ ਬਹੁਤਿਆਂ ਦੀ ਹਾਲਤ ਬਹੁਤ ਖਰਾਬ ਹੈ, ਬਹੁਤ ਖਰਾਬ ਹੈ। ਇਸ ਵਾਸਤੇ ਸੁਚੇਤ ਅਸੀਂ ਹੋਣਾ ਹੈ, ਕਿਸ ਨੂੰ ਇਸ ਸੇਵਾ 'ਤੇ ਬਿਠਾਉਣਾ ਹੈ, ਕੌਣ ਇਸ ਸੇਵਾ ਦੇ ਲਾਇਕ ਹੈ। ਜਿਹੜਾ ਗੁਰਮੁਖ ਹੋਵੇ, ਨਿਤਨੇਮੀ ਹੋਵੇ, ਪ੍ਰੇਮੀ ਹੋਵੇ, ਬਾਣੀ ਜਾਣਦਾ ਹੋਵੇ, ਪੜ੍ਹਨੀ ਰਹਿਤ ਮਰਿਆਦਾ ਰੱਖਦਾ ਹੋਵੇ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੋਵੇ, ਉਹਨੂੰ ਸੇਵਾ ਦਿਓ। ਜਿਸ ਨੂੰ ਪਤਾ ਹੈ ਕੁਛ, ਜਿਹਨੂੰ ਪਤਾ ਹੀ ਕੱਖ ਨਹੀਂ ਹੈ, ਅਸੀਂ ਉਸ ਨੂੰ ਬਿਠਾ ਦਿੰਦੇ ਹਾਂ। ਤੋ ਤਖਤ ਬਹੇ ਤਖਤੇ ਕੇ ਲਾਇਕ, ਜੋ ਇਸ ਤਖਤ ਦੇ ਲਾਇਕ ਹੈ ਉਹ ਇਸ ਤਖਤ 'ਤੇ ਬਹਿ ਸਕਦਾ, ਹੋਰ ਕੋਈ ਵੀ ਨਹੀਂ। ਤੋ ਬਾਬਾ ਪ੍ਰਿਥੀ ਚੰਦ ਜੀ ਜ਼ੋਰ ਬੜਾ ਲਾਉਂਦੇ ਸਨ, ਬਹੁਤ ਜ਼ੋਰ ਲਾਉਂਦੇ ਸਨ ਬਈ ਮੈਂ ਇਸ ਤਖਤ ਦਾ ਵਾਰਿਸ ਹਾਂ, ਮੈਂ ਘਰ ਵੀ ਸਭ ਤੋਂ ਵੱਡਾ ਹਾਂ, ਮੈਂ ਬਹੁਤ ਸੇਵਾ ਸੰਭਾਲਦਾ ਹਾਂ। ਬਾਬਾ ਪ੍ਰਿਥੀ ਚੰਦ ਜੀ ਹਰ ਵਕਤ ਬਸ ਪੈਸੇ ਦੇ ਮਗਰ ਦੌੜਦੇ ਰਹਿੰਦੇ ਸਨ। ਕਿਤਨਾ ਪੈਸਾ ਆਇਆ ਹੈ, ਕਿਤਨਾ ਖਰਚ ਹੋਇਆ ਹੈ, ਕਿਤਨਾ ਬਚਿਆ ਹੈ, ਉਹਨੂੰ ਕਿਵੇਂ ਸੰਭਾਲਣਾ ਹੈ, ਬਸ ਇਸੇ ਦੌੜ ਭੱਜ ਦੇ ਵਿੱਚ ਲੱਗੇ ਰਹਿੰਦੇ ਸਨ, ਇਸੇ ਹੀ ਦੌੜ ਭੱਜ ਵਿੱਚ। ਇਹੀ ਕਾਰਨ ਹੈ ਕਿ ਅੱਜ ਬਹੁਤੀ ਗਿਣਤੀ ਪ੍ਰਿਥੀ ਚੰਦੀਆਂ ਦੀ ਹੈ ਜੋ ਪੈਸੇ ਦੀ ਸੰਭਾਲ 'ਤੇ ਲੱਗੇ ਹੋਏ ਨੇ, ਰਹਿੰਦੇ ਗੁਰਦੁਆਰੇ ਦੇ ਵਿੱਚ ਹੀ ਨੇ, ਪਰ ਕਮਲ ਦੀ ਸਾਰ ਨਹੀਂ ਜਾਣਦੇ ਹਨ, ਬਸ ਧਨ ਨੂੰ ਸੰਭਾਲਣ 'ਤੇ ਲੱਗੇ ਹੋਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪੰਕਤੀ ਵੀ ਹੈ ਕਿ ਨਾਭ ਕਥੂਰੀ ਮਿਰਗ ਦੇ ਫਿਰਦਾ ਹੈ ਰਾਣੇ, ਜੈਸੇ ਹੀਰਨ ਦੀ ਨਾਭੀ ਦੇ ਵਿੱਚ ਕਸਤੂਰੀ ਹੈ ਸੁਗੰਧਿਤ, ਸੁਗੰਧ ਉਸ ਨੂੰ ਆਉਂਦੀ ਹੈ ਪਰ ਦੌੜਦਾ ਫਿਰਦਾ ਹੈ, ਉਸ ਦੇ ਬਿਲਕੁਲ ਨੇੜੇ ਹੀ ਹੈ ਪਰ ਦੌੜਦਾ ਭੱਜਦਾ ਫਿਰਦਾ ਵੇ, ਪਤਾ ਨਹੀਂ ਹੈ ਵੀ ਇਹ ਮੇਰੇ ਕੋਲੋਂ ਹੀ ਆ ਰਹੀ ਹੈ ਖੁਸ਼ਬੂ।
ਸਤਿਗੁਰਾਂ ਦੇ ਕੋਲ ਵੀ ਰਹਿੰਦੇ ਨੇ ਪਰ ਫਿਰ ਵੀ ਸਾਰ ਨਹੀਂ ਜਾਣਦੇ ਹਨ। ਬਾਬਾ ਪ੍ਰਿਥੀ ਚੰਦ ਜੀ ਵੀ ਭਾਵੇਂ ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸਨ, ਪਰ ਫਿਰ ਵੀ ਸਤਿਗੁਰਾਂ ਦੇ ਕੋਲੋਂ ਜੋ ਪਰਮ ਆਨੰਦ ਲੈਣਾ ਚਾਹੀਦਾ ਸੀ ਨਾ, ਉਹ ਨਹੀਂ ਲੈਂਦੇ। ਹਰ ਵਕਤ ਬਸ ਮਾਇਆ ਦੇ ਪਿੱਛੇ ਦੌੜਦੇ ਰਹਿੰਦੇ ਸਨ, ਹਰ ਵਕਤ ਮਾਇਆ ਦੇ ਪਿੱਛੇ ਹੀ। ਭਾਈ ਗੁਰਦਾਸ ਜੀ ਨੇ ਇਹਦੇ ਉੱਤੇ ਵੀ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ ਭਾਈ ਸਾਹਿਬ ਜੀ ਨੇ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੇ ਵਿੱਚ ਭਾਈ ਗੁਰਦਾਸ ਜੀ ਉੱਥੇ ਰਹੇ ਨੇ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਿਉਂਕਿ ਮਾਮੇ ਲੱਗਦੇ ਸਨ ਭਾਈ ਗੁਰਦਾਸ ਜੀ, ਤਾਂ ਉਹਨਾਂ ਨੇ ਇੱਕ ਪੌੜੀ ਜੋ ਹੈ ਉਚਾਰਨ ਕੀਤੀ ਹੈ, ਜਿਸ ਦੇ ਵਿੱਚ ਜਿਤਨੇ ਗੁਰੂਆਂ ਦੇ ਸਾਹਿਬਜ਼ਾਦੇ ਹੋਏ ਨੇ ਉਹਨਾਂ ਸਾਰਿਆਂ ਬਾਰੇ ਲਿਖਿਆ ਵੀ ਇਹ ਹੈਨ ਤਾਂ ਗੁਰੂ ਦੇ ਸਾਹਿਬਜ਼ਾਦੇ ਰਹਿੰਦੇ ਸਰੋਵਰ ਦੇ ਵਿੱਚ, ਰਹਿੰਦੇ ਗੁਰੂ ਦੇ ਨੇੜੇ, ਪਰ ਇਹਨਾਂ ਨੇ ਉਸ ਕਮਲ ਦੀ ਸਾਰ ਨਹੀਂ ਲਈ ਹੈ। ਭਾਈ ਗੁਰਦਾਸ ਜੀ ਭਾਈ ਸਾਹਿਬ ਕਹਿੰਦੇ ਨੇ, ਬਾਲ ਜਤੀ ਹੈ ਸ੍ਰੀ ਚੰਦ ਬਾਬਾ ਨੇ ਦੇਹਰਾ ਬਣਾਇਆ। ਇਹਦੇ ਵਿੱਚ ਭਾਈ ਸਾਹਿਬ ਜੀ ਨੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਦਾ ਜ਼ਿਕਰ ਕੀਤਾ ਹੈ। ਲਖਮੀ ਦਾਸੋ ਧਰਮ ਚੰਦ ਪੋਤਾ ਹੋਏ ਕੇ ਆਪ ਗਣਾਇਆ, ਬਾਬਾ ਲਖਮੀ ਦਾਸ ਜੀ ਦਾ ਜ਼ਿਕਰ ਹੈ। ਫਿਰ ਮੰਜੀ ਦਾਸ ਬਹਾਲਿਆ ਦਾਤਾ ਸਿੱਧਾ ਸਣ ਸਿੱਖ ਆਇਆ, ਮੋਹਨ ਕਮਲਾ ਹੋਇਆ ਚੌਬਾਰਾ ਮੋਹਰੀ ਮਨਾਇਆ। ਕਿਉਂਕਿ ਜੇ ਮੈਂ ਇੱਕ ਇੱਕ ਸਾਹਿਬਜ਼ਾਦਿਆਂ ਦਾ ਜ਼ਿਕਰ ਕਰਾਂਗਾ, ਮੈਂ ਬੇਨਤੀ ਕਰਦਿਆਂ ਕਿ ਹੈਨ ਗੁਰੂ ਕੇ ਸਾਹਿਬਜ਼ਾਦੇ ਸਤਿਕਾਰਯੋਗ ਨੇ, ਬਸ ਇੱਕ ਜਗ੍ਹਾ 'ਤੇ ਆ ਕੇ ਮਾਤ ਖਾ ਗਏ ਨੇ ਵੀ ਇਹਨਾਂ ਨੂੰ ਸਾਹਿਬਜ਼ਾਦੇ ਹੋਣ ਦਾ ਹੀ ਹੰਕਾਰ ਹੋ ਗਿਆ। ਬਸ ਜੈਸੇ ਅੱਜ ਵੱਡੀਆਂ ਵੱਡੀਆਂ ਪਦਵੀਆਂ 'ਤੇ ਬੈਠੇ ਹੋਏ ਉਹਨਾਂ ਨੂੰ ਪਦਵੀਆਂ ਦਾ ਹੰਕਾਰ ਹੋ ਜਾਂਦਾ, ਫਿਰ ਛੋਟਾ ਵੱਡਾ ਕੁਛ ਨਹੀਂ ਦੇਖਦੇ, ਫਿਰ ਜੋ ਆਇਆ ਫਿਰ ਬੋਲੀ ਜਾਂਦੇ ਹਨ। ਭਾਈ ਗੁਰਦਾਸ ਜੀ ਇਹ ਗੱਲ ਕਰ ਸਕਦੇ ਨੇ ਕਿਉਂਕਿ ਉਹ ਵੱਡੇ ਨੇ, ਗੁਰੂ ਘਰ ਦੇ ਵੇਦ ਵਿਆਸ ਨੇ, ਉਹ ਇਹ ਗੱਲ ਕਰ ਸਕਦੇ ਹਨ। ਤਾਂ ਭਾਈ ਸਾਹਿਬ ਨੇ ਜੋ ਸ਼ਬਦ ਵਰਤਿਆ ਹੈ ਬਾਬਾ ਪ੍ਰਿਥੀ ਚੰਦ ਜੀ ਵਾਸਤੇ, ਭਾਈ ਸਾਹਿਬ ਕਹਿੰਦੇ ਨੇ, ਮੀਣਾ ਹੋਆ ਪਿਰਥੀਆ ਕਰ ਕਰ ਟੇਡਕ ਬਰਲ ਚਲਾਇਆ। ਮੀਣਾ ਸ਼ਬਦ ਵਰਤਿਆ ਹੈ ਪ੍ਰਿਥੀ ਚੰਦ ਜੀ ਵਾਸਤੇ ਵੀ ਇਹ ਮੀਣਾ ਹੀ ਹੈ। ਮੀਣੇ ਉਸ ਜ਼ਮਾਨੇ ਦੇ ਵਿੱਚ ਲਟੇਰੇ ਹੋਇਆ ਕਰਦੇ ਸਨ, ਡਾਕੂ ਹੋਇਆ ਕਰਦੇ ਸਨ, ਜੋ ਲੁੱਟ ਲੈਂਦੇ ਸਨ, ਚੋਰੀਆਂ ਕਰਨੀਆਂ, ਡਾਕੇ ਮਾਰਨੇ, ਲੋਕਾਂ ਨੂੰ ਮਾਰ ਦੇਣਾ, ਲੁੱਟ ਲੈਣਾ, ਇਹੀ ਕੰਮ ਹੁੰਦਾ ਸੀ ਉਹਨਾਂ ਦਾ। ਤਾਂ ਭਾਈ ਸਾਹਿਬ ਨੇ ਸ਼ਬਦ ਵਰਤਿਆ ਹੈ ਵੀ ਇਹ ਪਿਰਥੀਆ ਮੀਣਾ ਹੈ। ਮੀਣਾ ਬਸ ਇਹਦਾ ਕੰਮ ਮਾਇਆ ਨੂੰ ਸੰਭਾਲਣਾ ਹੈ, ਮਾਇਆ ਨੂੰ ਲੁੱਟਣਾ ਹੈ, ਹੋਰ ਕੋਈ ਕੰਮ ਨਹੀਂ ਇਹਦਾ। ਰਹਿੰਦਾ ਗੁਰੂ ਦੇ ਬਿਲਕੁਲ ਨੇੜੇ ਹੈ, ਬਿਲਕੁਲ ਨੇੜੇ ਸਾਹਿਬਜ਼ਾਦੇ ਨੇ ਗੁਰੂ ਦੇ, ਪਰ ਗੁਰੂ ਰਾਮਦਾਸ ਮਹਾਰਾਜ ਨਾਲ ਹਰ ਵਕਤ ਲੜਿਆ ਕਰਦੇ ਸਨ। ਹਰ ਵਕਤ ਮਹਾਰਾਜ ਨੇ ਆਖਿਆ ਵੀ ਤੂੰ ਪ੍ਰਿਥੀ ਚੰਦ ਕੁਛ ਸਿਮਰਨ ਵੀ ਕਰਿਆ ਕਰ, ਕੁਛ ਸਤ ਸੰਗਤ ਵਿੱਚ ਬਹਿ ਕੇ ਆਨੰਦ ਵੀ ਲਿਆ ਕਰ, ਕੋਈ ਕਥਾ ਕੀਰਤਨ ਸੁਣਿਆ ਕਰ, ਤੂੰ ਹਰ ਵਕਤ ਮਾਇਆ ਦੇ ਪਿੱਛੇ ਲੱਗਾ ਰਹਿਣਾ। ਬਾਬਾ ਪ੍ਰਿਥੀ ਚੰਦ ਜੀ ਗੁਰੂ ਰਾਮਦਾਸ ਮਹਾਰਾਜ ਨੂੰ ਕਿਹਾ ਕਰਦੇ ਸਨ, ਮਹਾਰਾਜ ਤੁਹਾਨੂੰ ਨਹੀਂ ਪਤਾ ਹੈ, ਜੇ ਇਸ ਮਾਇਆ ਦੀ ਸੰਭਾਲ ਨਾ ਕੀਤੀ ਲੋਕੀ ਲੁੱਟ ਕੇ ਲੈ ਜਾਣਗੇ, ਫਿਰ ਡੇਰਾ ਕਿਵੇਂ ਚੱਲੇਗਾ, ਫਿਰ ਲੰਗਰ ਕਿਵੇਂ ਚੱਲਣਗੇ, ਸੰਗਤਾਂ ਦੀ ਸੇਵਾ ਕਿਵੇਂ ਹੋਵੇਗੀ। ਗੁਰੂ ਰਾਮਦਾਸ ਮਹਾਰਾਜ ਮੁਸਕਰਾ ਜਾਂਦੇ ਸਨ, ਪਰ ਕਈ ਵਾਰ ਬਾਬਾ ਪ੍ਰਿਥੀ ਚੰਦ ਜੀ ਲੜ ਵੀ ਪੈਂਦੇ ਸਨ ਗੁਰੂ ਰਾਮਦਾਸ ਮਹਾਰਾਜ ਨਾਲ। ਤਾਂ ਸਤਿਗੁਰਾਂ ਨੂੰ ਫਿਰ ਕਹਿਣਾ ਵੀ ਪਿਆ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਕਿਉਂ ਤੂੰ ਮੇਰੇ ਨਾਲ ਹਰ ਵਕਤ ਲੜਦਾ ਰਹਿਣਾ ਹੈ, ਕਿਉਂ ਤੂੰ ਹਰ ਵਕਤ ਮਾਇਆ ਦੇ ਪਿੱਛੇ ਲੱਗਾ ਰਹਿਣਾ ਹੈ, ਤੂੰ ਗੁਰੂ ਦੇ ਸ਼ਬਦ ਨਾਲ ਕਿਉਂ ਨਹੀਂ ਜੁੜਦਾ ਹੈ, ਤੂੰ ਕਥਾ ਕੀਰਤਨ ਨਾਲ ਕਿਉਂ ਨਹੀਂ ਜੁੜਦਾ ਹੈ। ਜਿਹੜੇ ਗੁਰਸਿੱਖ ਹਨ, ਜਿਨ੍ਹਾਂ ਨੇ ਸ਼ਬਦ ਦਾ ਆਨੰਦ ਲਿਆ ਹੈ, ਪਰਮ ਅਵਸਥਾ ਨੂੰ ਪ੍ਰਾਪਤ ਕੀਤਾ ਹੈ, ਤੂੰ ਉਹਨਾਂ ਦੀ ਸੰਗਤ ਕਿਉਂ ਨਹੀਂ ਕਰਦਾ ਹੈ।
पर बाबा ਪ੍ਰਿਥੀ ਚੰਦ जी ऐसा नहीं सन करते, हर वक्त बस माया के पिछे दौड़ते रहते सन, जैसा कि भाई साहब भाई गुरदास जी ने प्रमाण दिते हैं। भगत कबीर साहब जी ने प्रमाण दिता है भी कबीर बांस बढ़ाई बूढ़िया एव मत डूबो कोय, चंदन के निकटे बसे बांस सुगंध ना होए। जे बांस की तरह रहोगे तो सुगंध कदी नहीं मिलेगी। दूजे पासे कबीर साहब जी ये भी आखते हैं कि कबीर बांस बढ़ाई बूढ़िया एव मत डूबो कोय, चंदन के निकटे बसे बांस सुगंध ना होए। जे चंदन दे निकट रहना है, अगर बांस की तरह रहोगे तो फिर आनंद नहीं ले सकोगे, सुगंध नहीं ले सकोगे। पर कोई भी चंदन होए रहे बसे जो चंदन पास, जेड़े छोटे छोटे बूटे होंदे ना वो चंदन दे कोल रहिंदे ने, निमरता सहित रहिंदे ने, ते ओ चंदन कलो खुशबू लैके चंदन वर्गे बन जाते हैं। बाकी विचार कल आप जी के सन्मुख रखांगे। भुलां चुकां दी क्षमा, सारियां दा धन्नवाद। आप लाइव ते कथा सरवण करते हो, आप जी का बहुत बहुत धन्नवाद है। आप पेज फॉलो करो, शेयर कर दियो, लाइक करो, कमेंट भी करो कि आप जी नूं कोई अगर सुझाव देना होवे, कोई शिकायत करनी होवे तो दास जरूर आप जी का कहा होया प्रवान करेगा। भुलां चुकां दी क्षमा। वाहिगुरू जी का खालसा, वाहिगुरू जी की फतेह।